ਸਮਾਰਟ ਟੀਵੀ ਵੱਲੋਂ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਟੂਡੀਓ ਵਿੱਚ ਅਨੰਦਪੁਰ ਸਾਹਿਬ ਦੀ ਬਹੁਤ ਪ੍ਰਤਿਭਾਵਾਨ ਸ਼ਖਸੀਅਤ ਸੋਢੀ ਵਿਕਰਮ ਸਿੰਘ ਜੀ, ਜੋ ਕਿ ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਦੇ ਮੁਖੀ ਨੇ ਅਤੇ ਸਮਾਜ ਦੀ ਸਾਰੀਆਂ ਸਰਗਰਮੀਆਂ ਦੇ ਵਿੱਚ ਬਹੁਤ ਵੱਡਾ ਹਿੱਸਾ ਯੋਗਦਾਨ ਪਾਉਂਦੇ ਨੇ। ਉਹਨਾਂ ਨੂੰ ਅਸੀਂ ਅੱਜ ਇਸ ਸਟੂਡੀਓ ਵਿੱਚ ਆਮੰਤਰਿਤ ਕੀਤਾ ਅਤੇ ਅਸੀਂ ਅੱਜ ਜੋ ਭਖਦਾ ਮਸਲਾ ਪੰਜਾਬ ਔਰ ਭਾਰਤ ਅਤੇ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਸ ਬਾਰੇ ਅਸੀਂ ਅੱਜ ਇਹਨਾਂ ਨਾਲ ਵਿਚਾਰ ਚਰਚਾ ਕਰਾਂਗੇ। ਸਾਡਾ ਅੱਜ ਦਾ ਚਰਚਾ ਦਾ ਵਿਸ਼ਾ ਹੈ ਕਿ ਇਸ ਕਿਸਾਨੀ ਅੰਦੋਲਨ ਦੀਆਂ ਭਾਵੇਂ ਕਿ ਅਜੇ ਬਹੁਤ ਪ੍ਰਾਪਤੀਆਂ ਕਰਨ ਵਾਲੀਆਂ ਨੇ, ਅਜੇ ਸਾਰਾ ਜਿਹੜਾ ਸੰਘਰਸ਼ ਹੈ ਸਿਖਰ 'ਤੇ ਪਹੁੰਚਿਆ ਹੋਇਆ ਹੈ ਅਤੇ ਕੇਂਦਰ ਸਰਕਾਰ ਦੇ ਨਾਲ 8ਵੇਂ ਦੌਰ ਦੀ ਜਿਹੜੀ ਗੱਲਬਾਤ ਹੈ ਉਹ 4 ਤਰੀਕ ਨੂੰ ਹੋਏਗੀ। ਪਰ ਫਿਰ ਵੀ ਸਮਝਦੇ ਹਾਂ ਕਿ ਪਿਛਲੇ 3-4 ਮਹੀਨੇ ਤੋਂ, ਖਾਸ ਤੌਰ 'ਤੇ ਜਦੋਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਚੱਲਾ ਗਿਆ ਹੋਇਆ ਅਤੇ ਬੜੀ ਤਰੀਕੇ ਦੇ ਨਾਲ ਜਥੇਬੰਦੀਆਂ ਲੜ ਰਹੀਆਂ ਨੇ, ਇਹਦੀਆਂ ਕੁਝ ਪ੍ਰਾਪਤੀਆਂ ਵੀ ਹੋ ਚੁੱਕੀਆਂ ਨੇ। ਜਦੋਂ ਕਿ ਦੂਸਰੇ ਚੈਨਲਸ ਜਾਂ ਹੋਰ ਜਿਹੜੀਆਂ ਹੋਰ ਸੰਸਥਾਵਾਂ ਜਾਂ ਹੋਰ ਵਿਅਕਤੀ ਜਿਹੜੇ ਨੇ ਇਸ ਦੀ ਜਿਹੜੀ ਸੰਘਰਸ਼ ਦੀ ਰੂਪ ਰੇਖਾ ਹੈ ਜਾਂ ਸੰਘਰਸ਼ ਕਿਵੇਂ ਲੜਿਆ ਜਾ ਰਿਹਾ ਜਾਂ ਉੱਥੇ ਕੀ ਸਮੱਸਿਆਵਾਂ ਆ ਰਹੀਆਂ ਨੇ, ਉਹਨਾਂ ਬਾਰੇ ਡਿਸਕਸ ਕਰ ਰਹੇ ਨੇ। ਅਸੀਂ ਵੀ ਸਮਾਰਟ ਟੀਵੀ ਵੱਲੋਂ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿ ਜਿਸ ਸੰਘਰਸ਼ ਜਿਸ ਪੜਾਅ 'ਤੇ ਪਹੁੰਚ ਚੁੱਕਾ ਸੰਘਰਸ਼, ਅਸੀਂ ਇਹਦੀਆਂ ਪ੍ਰਾਪਤੀਆਂ ਦਾ ਜ਼ਰੂਰ ਉਲੇਖ ਕਰੀਏ ਅਤੇ ਇਸ ਦੀ ਜਿਹੜੀ ਭਵਿੱਖ ਦੀ ਦਿਸ਼ਾ ਜਾਂ ਪੰਜਾਬ ਦੇ ਉੱਤੇ ਇਸ ਦੇ ਕੀ ਹਾਲਾਤ ਬਣਨਗੇ, ਇਹਦੇ 'ਤੇ ਕੀ ਸ਼ੈਡੋ ਬਣਨਗੇ, ਇਹਦੇ ਬਾਰੇ ਅਸੀਂ ਭਵਿੱਖ ਦੀ ਦਿਸ਼ਾ ਬਾਰੇ ਵੀ ਥੋੜ੍ਹਾ ਚਰਚਾ ਕਰਾਂਗੇ। ਸੋਢੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋਢੀ ਸਾਹਿਬ, ਕਿਸਾਨ ਸੰਘਰਸ਼ ਨੂੰ ਚੱਲਿਆ ਤਕਰੀਬਨ 3 ਮਹੀਨੇ ਹੋ ਗਏ ਨੇ ਅਤੇ ਜਿਸ ਢੰਗ ਦੇ ਨਾਲ ਦਿੱਲੀ ਵਿੱਚ ਸੰਘਰਸ਼ ਲੜਿਆ ਜਾ ਰਿਹਾ ਹੈ ਔਰ ਬੜਾ ਇਸ ਵੇਲੇ ਜਦੋਜਹਿਦ ਸਿਖਰ 'ਤੇ ਪਹੁੰਚੀ ਹੋਈ ਹੈ, ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਸੰਘਰਸ਼ ਹੈ ਜੋ ਉਸ ਤਰੀਕੇ ਨਾਲ ਲੜਿਆ ਜਾ ਰਿਹਾ ਹੈ, ਇੱਕ ਤਾਂ ਗੈਰ ਰਾਜਨੀਤਿਕ ਪੱਧਰ 'ਤੇ ਲੜਿਆ ਜਾ ਰਿਹਾ, ਕਿਸਾਨ ਜਥੇਬੰਦੀਆਂ ਆਰਥਿਕ ਮੁੱਦੇ ਲੜਿਆ ਜਾ ਰਿਹਾ, ਠੀਕ ਹੈ ਨਾ ਜੀ। ਦੂਸਰਾ ਸਮਝਦੇ ਆ ਕਿ ਜਿਵੇਂ ਇਸ ਨੇ ਕਿਸਾਨੀ ਨੂੰ ਫੋਕਸ 'ਚ ਲਿਆਂਦਾ, ਕਿਸਾਨ ਦੀਆਂ ਸਮੱਸਿਆਵਾਂ ਅੱਜ ਤੋਂ ਪਹਿਲਾਂ ਇਹ ਘੱਟ ਸੀਗਾ, ਸੰਘਰਸ਼ ਤਾਂ ਲੜੇ ਜਾਂਦੇ ਸੀਗੇ, ਲੇਕਿਨ ਕਿਸਾਨੀ ਸਮੱਸਿਆਵਾਂ, ਕਿਸਾਨੀ ਕੀ ਹੈ, ਇਹਦਾ ਅਰਥਚਾਰਾ ਕੀ ਹੈ, ਸਾਡੀ ਜੀਵਨ 'ਤੇ ਕਿਸਾਨੀ ਦਾ ਕੀ ਅਸਰ ਪੈਂਦਾ ਹੈ, ਇਸ ਮੁੱਦੇ ਨੂੰ ਔਰ ਹੋਰ ਮੁੱਦੇ ਵੀ ਜਿਹੜੇ ਨੇ ਜੁੜੇ ਹੋਏ ਬੜਾ ਕੇਂਦਰ 'ਚ ਲਿਆਂਦਾ ਹੈ। ਲੋਕਾਂ ਨੂੰ ਪਤਾ ਲੱਗਿਆ ਕਿਸਾਨ ਦੀ ਕੀ ਸਮੱਸਿਆਵਾਂ ਨੇ। ਤੁਸੀਂ ਕੀ ਸਮਝਦੇ ਹੋ ਵੀ ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹਦੀਆਂ ਹੋਰ ਕਿਹੜੀਆਂ ਪ੍ਰਾਪਤੀਆਂ ਨੇ ਜਿਹੜੀਆਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗਣੀਆਂ ਚਾਹੀਦੀਆਂ ਨੇ ਕਿ ਜਿਸ ਢੰਗ ਨਾਲ, ਜਿਸ ਸਿਸਟਮ 'ਚ ਲੜ ਰਿਹਾ ਹੈ, ਜਿਸ ਕੇਂਦਰ ਸਰਕਾਰ ਲੜਿਆ ਜਾ ਰਿਹਾ ਹੈ, ਇਹਦੀਆਂ ਵੱਡੀਆਂ ਕੀ ਪ੍ਰਾਪਤੀਆਂ ਨੇ? ਸਭ ਤੋਂ ਪਹਿਲਾਂ ਦੇਖੀ ਜੀ, ਇੱਕ ਤਾਂ ਸਾਨੂੰ ਇੱਕ ਰੈਕਗਨਾਈਜ਼ ਕਰਨਾ ਪਊਗਾ ਕਿ ਜਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਦਿੱਲੀ ਦੇ ਬਾਰਡਰ 'ਤੇ ਲਿਜਾਇਆ ਗਿਆ, ਇਹ ਇੱਕ ਬਹੁਤ ਵੱਡਾ ਇਹਦਾ ਪ੍ਰਭਾਵ ਪੈ ਗਿਆ ਹੈ ਨੈਸ਼ਨਲ ਮੀਡੀਆ ਦੇ ਉੱਤੇ ਅਤੇ ਇੰਟਰਨੈਸ਼ਨਲ ਮੀਡੀਆ ਦੇ ਉੱਤੇ, ਅਤੇ ਇਹਨੇ ਇੱਕ ਕਿਸਮ ਦਾ ਮੇਨ ਸਟਰੀਮ ਦਾ ਅਟੈਂਸ਼ਨ ਜਿਹੜਾ ਹੈਗਾ ਨਾ ਖਿੱਚ ਲਿਆ ਆਪਣੇ ਵੱਲ। ਪਹਿਲਾਂ ਜਿਹੜਾ ਹੈਗਾ ਅਸੀਂ ਸੰਘਰਸ਼ ਪਹਿਲਾਂ ਵੀ ਲੜਦੇ ਰਹਿੰਦੇ ਸੀਗੇ, ਮਗਰ ਉਹ ਜਿਹੜਾ ਹੈਗਾ ਉਹਨਾਂ ਦਾ ਉਹ ਮਾਈਂਡ ਦੇ ਉੱਤੇ ਜਿਹੜਾ ਐਡਾ ਵੱਡਾ ਅਸਰ ਨਹੀਂ ਪਿਆ ਲੋਕਾਂ ਦੇ, ਜਿਨ੍ਹਾਂ ਦਾ ਉਹਦੇ ਵਿੱਚ ਮੇਨ ਜਿਹੜੀ ਜੀਵਨ ਪ੍ਰਭਾਵਿਤ ਕੀਤਾ, ਕਿਉਂਕਿ ਲੋਕਾਂ ਦਾ ਜਿਹੜਾ ਨਾਰਮਲ ਡੇ ਟੂ ਡੇ ਲਾਈਫ ਹੈ ਉਹਦੇ ਵਿੱਚ ਉਹਦਾ ਪ੍ਰਭਾਵ ਨਹੀਂ ਪਿਆ। ਸਿਰਫ ਜਿਹੜੇ ਅਫੈਕਟਡ ਪਾਰਟੀਆਂ ਸੀਗੀਆਂ ਜਿਹੜੀਆਂ ਅੰਦੋਲਨ ਲੜ ਰਹੀਆਂ ਜਾਂ ਸਰਕਾਰ ਜਿਹੜੀ ਨਾਲ ਉਹਨਾਂ ਦੇ ਵਿੱਚ ਹੀ ਸੀਗਾ ਜਿਹੜਾ ਇਸ ਅੰਦੋਲਨ ਨੇ ਆਪਣੇ ਆਪ ਨੂੰ ਇੱਕ ਕਿਸਮ ਦਾ ਲੋਕਾਂ ਦੇ ਤੇ ਉਹ ਇਹਦੇ ਕੌਨਸ਼ੀਅਸਨੈਸ ਲੈਵਲ ਦੇ ਉੱਤੇ ਆਪਣੇ ਆਪ ਨੂੰ ਆਪਣਾ ਪ੍ਰਭਾਵ ਪਾਤਾ। ਤਾਂ ਇਸ ਕਰਕੇ ਮੈਂ ਸਮਝਦਾ ਇਹ ਬਹੁਤ ਵੱਡੀ ਪ੍ਰਾਪਤੀ ਹੈ, ਕਿਉਂਕਿ ਨਹੀਂ ਤਾਂ ਜਿਹੜੀਆਂ ਕਿਸਾਨਾਂ ਦੇ ਜਿਹੜੇ ਮੁੱਦੇ ਸੀਗੇ ਜਾਂ ਇਸ਼ੂ ਸੀਗੇ, ਅੱਜ ਤਾਂ ਸਟੇਟ ਪੱਧਰ ਰਹਿ ਜਾਂਦੇ ਸੀ, ਤਾਂ ਬੜੇ ਪੁਰਾਣੇ ਮੁੱਦੇ ਨੇ, ਇਹ ਕੋਈ ਨਵੇਂ ਮੁੱਦੇ ਤਾਂ ਹੈ ਨਹੀਂ। ਇਹ ਤਾਂ ਜਿਸ ਢੰਗ ਦੇ ਨਾਲ ਮੈਂ ਸਮਝਦਾ ਵੀ ਕੇਂਦਰ ਸਰਕਾਰ ਕਾਨੂੰਨ ਲੈ ਕੇ ਆਈ, 3 ਕਾਨੂੰਨ ਜੀ, ਐਸੈਂਸ਼ੀਅਲ ਕਮੋਡਿਟੀ ਐਕਟ ਜਾਂ ਕੰਟਰੈਕਟ ਫਾਰਮਿੰਗ ਜਾਂ ਮੰਡੀ ਵਿਵਸਥਾ ਦੇ ਵਿੱਚ ਜੀ, ਤਿੰਨੋਂ ਅਗਰ ਜੋ ਸਟੱਡੀ ਕਰੀਏ ਨਾ ਜੀ, ਤਿੰਨੋਂ ਕਾਨੂੰਨ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ ਜੀ। ਉਹਦੇ ਵਿੱਚ ਜਿਹੜਾ ਕਾਰਪੋਰੇਟ ਸੈਕਟਰ ਹੈ, ਜਿਹੜੇ ਵੱਡੇ ਵਪਾਰੀ ਨੇ, ਉਹਨਾਂ ਦੀ ਇਨਵੋਲਵਮੈਂਟ ਇਸ ਤਰੀਕੇ ਨਾਲ ਕਰਦਾ ਹੈ ਜਿਹਦੇ ਨਾਲ ਕਿ ਉਹ ਜਿਹੜੀ ਸਰਕਾਰੀ ਸਿਸਟਮ ਹੈ ਜਾਂ ਪ੍ਰੀਵੇਲਿੰਗ ਸਿਸਟਮ ਮੰਡੀ ਸਿਸਟਮ ਹੈ, ਉਸ ਦੀ ਜਗ੍ਹਾ ਇੱਕ ਮੁਕਾਬਲੇ 'ਤੇ ਵਿਵਸਥਾ ਲਿਆਂਦਾ ਹੈ। ਇਹ ਮੈਂ ਸਮਝਦਾ ਕਿ ਜਿਹੜਾ ਕੇਂਦਰ ਨੇ ਲਿਆਂਦੇ ਕਾਨੂੰਨ, ਉਸ ਨਾਲ ਕਿਸਾਨਾਂ ਦਾ ਤਾਂ ਰਿਐਕਸ਼ਨ ਹੋਣਾ ਸੀਗਾ, ਪਰ ਜਦੋਂ ਇਹਨਾਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਵੀ 26 ਅਤੇ 27 ਨਵੰਬਰ ਨੂੰ ਅਸੀਂ ਮੁਜ਼ਾਹਰਾ ਕਰਾਂਗੇ, ਬਿਲਕੁਲ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਜੇਕਰ ਸਰਕਾਰ, ਹਰਿਆਣਾ ਸਰਕਾਰ ਇਹਨੂੰ ਨਾ ਰੋਕਦੀ ਜਾਂ ਕਿਸਾਨਾਂ ਦਾ ਜਿਤਨਾ ਰੋਸ, ਜਿਤਨਾ ਜੋਸ਼ ਨਾ ਆਉਂਦਾ,
ਜੀ ਤੇ ਇਹ ਜਿਸ ਢੰਗ ਨਾਲ ਦਿੱਲੀ ਦੇ ਬੂਹਾਂ ਚਲਾ ਗਿਆ, ਕਿਉਂਕਿ ਕਿਸਾਨਾਂ ਦਾ ਪ੍ਰੋਗਰਾਮ ਤਾਂ ਸੀਗਾ ਵੀ ਜਿੱਥੇ ਸੇ ਰੋਕਣਗੇ ਅਸੀਂ ਉੱਥੇ ਧਰਨਾ ਲਾ ਕੇ ਬੈਠ ਜਾਵਾਂਗੇ, ਤਾਂ ਕਿ ਇਹਦੇ 'ਚ ਸਰਕਾਰ ਵੀ ਕੋਈ ਦੋਸ਼ੀ ਨਹੀਂ ਹੈਗੀ ਕਿ ਉਸਨੇ ਆਪਣੇ ਲਈ ਇਹ ਜਿਹੜੀ ਵੱਡੀ ਇੱਕ ਕਹਿ ਸਕਦੇ ਸਮੱਸਿਆ ਖੜੀ ਕਰ ਲਈ ਕਿ ਕੇਂਦਰ ਸਰਕਾਰ ਦੇ ਉਹਨਾਂ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਬੂਹਾਂ 'ਤੇ ਜਾ ਕੇ, ਬਲਕਿ ਸਾਰੇ ਜਿਹੜੇ 4-5 ਰਸਤੇ ਨੇ ਉੱਥੇ ਲੜਿਆ ਜਾ ਰਿਹਾ ਹੈ, ਔਰ ਜਿਸ ਢੰਗ ਨਾਲ ਲੜਿਆ ਜਾ ਰਿਹਾ ਹੈ ਕਿ ਨਵੀਂ ਦਿਸ਼ਾ ਦੇ ਰਿਹਾ ਹੈ ਪੋਲੀਟਿਕਸ ਨੂੰ ਵੀ, ਔਰ ਸੰਘਰਸ਼ੀ ਜਿਹੜੀਆਂ ਧਿਰਾਂ ਨੇ ਨਾ ਕੇਵਲ ਪੰਜਾਬ ਦੇ ਵਿੱਚ ਨਹੀਂ ਹੈ, ਦੱਸੋ ਕਿ ਦੁਨੀਆ ਦੇ ਜਿਹੜੀਆਂ ਦੇਸ਼ਾਂ ਦੇ ਵਿੱਚ ਲੋਕ ਸੰਘਰਸ਼ ਲੜਦੇ ਨੇ, ਔਰ ਜਿਸ ਤਰ੍ਹਾਂ ਨਾਲ ਸ਼ਾਂਤਮਈ ਤਰੀਕੇ ਨਾਲ ਇਹ ਸੰਘਰਸ਼ ਲੜਿਆ ਗਿਆ, ਡਿਸਪਲਿਨ ਤਰੀਕੇ ਨਾਲ, ਇਹ ਮੈਂ ਸਮਝਦਾ ਕਿ ਤੁਹਾਡੀ ਇੱਕ ਵੱਡੀ ਪ੍ਰਾਪਤੀ ਹੈ। ਇਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕੇਂਦਰ ਸਰਕਾਰ ਨੇ ਖੁਦ ਹੀ ਨਹੀਂ ਆਪਣੇ ਉਸ ਟਰੈਪ 'ਚ ਫਸ ਗਈ? ਮੈਨੂੰ ਇਹ ਲੱਗਦਾ ਹੈ ਕਿ ਇਸ ਅੰਦੋਲਨ ਨੇ ਇੱਕ ਕਿਸਮ ਦਾ ਮਿਸਾਲ ਖੜੀ ਕਰਤੀ ਹੈ ਸ਼ਾਂਤਮਈ ਪੀਸਫੁਲ ਪ੍ਰੋਟੈਸਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਔਰ ਪੀਸਫੁਲ ਪ੍ਰੋਟੈਸਟ ਦੇ ਨਾਲ ਕਿ ਪੀਸਫੁਲ ਪ੍ਰੋਟੈਸਟ ਦੇ ਰਾਹੀਂ ਤੁਸੀਂ ਇੰਨੀ ਅਟੈਂਸ਼ਨ ਗ੍ਰੈਬ ਕਰਤੀ ਔਰ ਸਰਕਾਰਾਂ ਨੂੰ ਹਰਾਇਆ ਜਾ ਸਰਕਾਰਾਂ ਦੇ ਉੱਤੇ ਤੁਸੀਂ ਵਕਤਾ ਪਾਤਾ। ਤੇ ਦੂਜੀ ਗੱਲ ਹੈ ਕਿ ਜਿਹੜੀ ਹਰਿਆਣਾ ਸਰਕਾਰ ਨੇ ਓਵਰ ਰਿਐਕਸ਼ਨ ਦਿਖਾਈ, ਉਹਦਾ ਪ੍ਰਭਾਵ ਜਿਹੜਾ ਹੈ ਉਲਟਾ ਪੈ ਗਿਆ, ਉਹ ਡਿਫੈਂਸਿਵ ਤੇ ਆ ਗਈ ਸਰਕਾਰ। ਜੇ ਸਰਕਾਰ ਉਹਨਾਂ ਨੂੰ ਆਪਣੇ ਜਿਹੜੇ ਇਹਨਾਂ ਦੇ ਕਨਸਟੀਟਿਊਸ਼ਨਲ ਰਾਈਟਸ ਨੇ, ਜਿਹੜੇ ਅਧਿਕਾਰ ਨੇ, ਜੇ ਉਹਨਾਂ ਨੂੰ ਪ੍ਰੋਟੈਸਟ ਕਰਨ ਦੇ ਜੇ ਉਹਨਾਂ ਨੂੰ ਉਹ ਕਰਨ ਦਿੰਦੇ ਤਾਂ ਉਹਨਾਂ ਨੇ ਆ ਕੇ ਆਪਣਾ ਬਾਰਡਰ ਤੇ ਬੈਠ ਜਾਣਾ ਸੀਗਾ, ਜਾਂ ਜਿੱਥੇ ਤੱਕ ਕਰਕੇ ਆ ਜਾਣਾ ਸੀਗਾ। ਮਗਰ ਇਹਨਾਂ ਨੇ ਜਦੋਂ ਵਾਇਲੈਂਸ ਤੇ ਹੋਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡਾ ਇਹਨਾਂ ਦੇ ਕਨਸਟੀਟਿਊਸ਼ਨਲ ਰਾਈਟ ਸੀ, ਇੱਕ ਕਿਸਮ ਨਾਲ ਐਬਰੋਗੇਟ ਕਰਤੇ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਫਿਰ ਨਵਾਂ ਮੁੱਦਾ ਖੜਾ ਹੋ ਗਿਆ ਕਿ ਹਾਊ ਕੈਨ ਯੂ ਡਿਨਾਈ ਪੀਪਲ ਦੈਟ ਕਨਸਟੀਟਿਊਸ਼ਨਲ ਰਾਈਟਸ। ਪਰ ਦੇਖੋ ਜਿਸ ਤਰੀਕੇ ਨਾਲ ਇਸ ਲਈ ਮਤਲਬ 26-27 ਨਵੰਬਰ ਤੋਂ ਲੈ ਕੇ ਹੁਣ ਵਰਤਮਾਨ ਆਪਾਂ 40 ਦਿਨ ਤੱਕ ਹੋਣ ਵਾਲੇ ਨੇ, ਮਤਲਬ ਐਸੇ ਮੁੱਦੇ ਇਸ ਕਿਸਾਨੀ ਅੰਦੋਲਨ ਨੇ ਸਾਹਮਣੇ ਲਿਆਉਂਦੇ ਨੇ ਜਿਹੜੇ ਕਿ ਇੱਕ ਰਾਜਨੀਤਿਕ ਪਾਰਟੀਆਂ ਨਹੀਂ ਠਾ ਸਕੀਆਂ ਫਸਲਨ। ਜਿਵੇਂ ਹੁਣ ਕੇਂਦਰ ਸਰਕਾਰ, ਜਿਵੇਂ ਰਾਜੇਵਾਲ ਦੀ ਆਪਾਂ ਇੰਟਰਵਿਊ ਸੁਣੀ ਦੀ ਹੈ, ਜਦ ਵਿਚਾਰ ਸੁਣੀ ਦੇ ਨੇ, ਉਹ ਕਹਿੰਦਾ ਵੀ ਬੇਸਿਕ ਗੱਲ ਕਾਨੂੰਨਾਂ ਨੂੰ ਵਾਪਸ ਕਰਨ ਦੇ ਤਾਂ ਹੈ ਹੀ ਹੈ, ਲੇਕਿਨ ਇਹਦੇ ਪਿੱਛੇ ਜਿਹੜੀ ਭਾਵਨਾ ਖੜੀ ਹੈ ਉਹ ਇਹ ਹੈ ਕਿ ਜਿਹੜੇ ਮੁੱਦੇ ਜਿਹੜੇ ਸੈਕਟਰਸ ਸਟੇਟ ਦੇ ਅਥਾਰਟੀ ਚਾਹੁੰਦੇ ਨੇ ਕਿ ਐਗਰੀਕਲਚਰ ਸੈਕਟਰ ਜਿਹੜਾ ਹੈ, ਇਹਨਾਂ ਨੇ ਟ੍ਰੇਡ ਔਰ ਕਮਰਸ ਦੇ ਨਾਂ 'ਤੇ ਲਿਆ ਕੇ ਇੰਟਰਵਿਊ ਕੀਤਾ ਹੈ। ਉਹ ਕਹਿੰਦਾ ਵੀ ਅਸੀਂ ਤਾਂ ਉਸ ਨੂੰ ਹਟਾਉਣਾ ਚਾਹੁੰਦੇ ਹਾਂ ਵੀ ਜਿਹੜਾ ਫੈਡਰਲ ਸਟਰਕਚਰ ਆਫ ਸਟੇਟਸ ਐਂਡ ਸੈਂਟਰ ਜਿਹੜੇ ਪਾਵਰਸ ਨੇ, ਉਸ ਨੂੰ ਮਤਲਬ ਉਹਨਾਂ ਨੇ ਨੁਕਸਾਨ ਪਹੁੰਚਾਇਆ ਫੈਡਰਲ ਸਟਰਕਚਰ ਨੂੰ। ਬਿਲਕੁਲ ਇਹ ਮੈਂ ਸਮਝਦਾ ਕਿ ਕਿਸਾਨੀ ਅੰਦੋਲਨ ਦਾ ਗੈਰ ਰਾਜਨੀਤਿਕ ਲੜਨ ਦੇ ਨਾਲ, ਜੇ ਕਿ ਰਾਜਨੀਤਿਕ ਲੜਦੇ ਤਾਂ ਸ਼ਾਇਦ ਸਥਿਤੀ ਹੋਰ ਹੁੰਦੀ। ਅੱਜ ਦਾ ਕੀ ਬਣਿਆ ਇੱਕ ਨਵੀਂ ਇਹਨਾਂ ਨੇ ਇੱਕ ਟੈਂਪਲੇਟ ਬਣਾਤਾ ਕਿਸ ਤਰ੍ਹਾਂ ਤੁਸੀਂ ਇੱਕ ਸਟਰਗਲ ਜਿਹੜਾ ਹੈਗਾ ਅਗੇਂਸਟ ਅਨਕਨਸਟੀਟਿਊਸ਼ਨਲ ਲਾਜ਼ ਕਿਸ ਤਰ੍ਹਾਂ ਲੜ ਸਕਦੇ ਹੋ, ਕਿਉਂਕਿ ਉਹਨਾਂ ਨੇ ਜਿਹੜੀ ਵੀ ਕੀਤਾ ਇਹ ਬਿਲਕੁਲ ਸਹੀ ਹੈ। ਜਿਹੜੇ ਸਾਡੇ ਜਿਹੜੇ ਅੰਦੋਲਨ ਦੇ ਜਿਹੜੇ ਆਗੂਆਂ ਨੇ ਹਾਈਲਾਈਟ ਵੀ ਕੀਤਾ ਇਹਨੂੰ ਬੜੀ ਸੋਹਣੇ ਢੰਗ ਨਾਲ, ਬੜੀ ਡਿਪਲੋਮੈਟਿਕ ਤਰੀਕੇ ਨਾਲ ਵੱਡੇ ਅਫਸਰ ਦਾ ਮੁਕਾਬਲਾ ਕੀਤਾ ਹੈ। ਤੁਸੀਂ ਦੇਖੋ ਕਿ ਜਿਹੜਾ ਰਾਈਟ ਹੈ ਸਟੇਟ ਦਾ ਉਹ ਤੁਸੀਂ ਖੋ ਨਹੀਂ ਸਕਦੇ, ਸੈਂਟਰ ਨਹੀਂ ਖੋ ਸਕਦੇ, ਕਿਉਂਕਿ ਯੂ ਆਰ ਚੇਂਜਿੰਗ ਦੀ ਇੰਟਾਇਰ ਸਿਸਟਮ ਸਟਰਕਚਰ ਆਫ ਕਨਸਟੀਟਿਊਸ਼ਨਲ ਸਟਰਕਚਰ ਆਫ ਦ ਕੰਟਰੀ। ਤੇ ਜਿਹੜੀ ਫਿਰ ਤੁਸੀਂ ਕਨਸਟੀਟਿਊਸ਼ਨ ਨੂੰ ਤਾਂ ਡਿਸਰਿਗਾਰਡ ਕਰਤਾ ਹੈ ਜੀ। ਉਹਨਾਂ ਕਨਸਟੀਟਿਊਸ਼ਨ ਹੈਜ਼ ਲੇਡ ਡਾਊਨ ਕਿ ਵੀ ਇਹ ਪਾਵਰਸ ਜਿਹੜੇ ਸਟੇਟ ਪਾਵਰਸ ਨੇ। ਤੁਸੀਂ ਕੀ ਸਮਝਦੇ ਹੋ ਸੈਂਟਰ ਸਰਕਾਰ ਨੇ ਕਿਉਂ ਕੀਤਾ ਇਹ ਮੇਰਾ ਖਿਆਲ ਹੈ ਇਹ ਓਵਰ ਕੌਨਫੀਡੈਂਸ, ਇੱਕ ਕਿਸਮ ਦਾ ਓਵਰ ਕੌਨਫੀਡੈਂਸ ਆ ਜਾਂਦਾ ਜਦੋਂ ਤੁਹਾਡੀ ਬਰੂਟ ਮੈਜੋਰਿਟੀ ਹੋ ਜਾਂਦੀ ਹੈ। ਹੁਣ 370 ਉਹਨਾਂ ਦੇ ਕੋਲ ਮੈਂਬਰਸ ਆਫ ਪਾਰਲੀਮੈਂਟ ਹੈਗੇ ਨੇ ਤੇ ਉਹ ਬਰੂਟ ਮੈਜੋਰਿਟੀ ਹੈ। ਮੈਂ ਸਮਝਦਾ ਕਿ ਇਹਨਾਂ ਜਿਹੜਾ ਕਾਰਪੋਰੇਟ ਸੈਕਟਰ ਹੈ ਜਾਂ ਮਤਲਬ ਜਿਸ ਆਪਾਂ ਉਹਨਾਂ ਦੇ ਦਬਾਅ 'ਚ ਵੀ ਹੈ ਸਕਦੇ, ਉਹਨਾਂ ਦੇ ਦਬਾਅ 'ਚ ਵੀ ਹੈਗਾ, ਕਿਉਂਕਿ ਜਦੋਂ ਤੁਸੀਂ ਐਡੀ ਵੱਡੀ ਬਹੁਮਤ ਮੈਜੋਰਿਟੀ ਜਦੋਂ ਤੁਸੀਂ ਹਾਸਲ ਕਰਦੇ ਹੋ ਉਹਦੇ ਪਿੱਛੇ ਫੰਡਿੰਗ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ, ਔਰ ਸਟੇਟਸ ਨੂੰ ਡਿਸਟ੍ਰੀਬਿਊਟ ਕਰਨਾ, ਸਾਰਾ ਕਰਨਾ, ਫੰਡਿੰਗ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਕਿਉਂਕਿ ਕਾਰਪੋਰੇਟ ਸੈਕਟਰ ਦਾ ਰੋਲ ਉੱਥੇ ਬਣਦਾ ਹੈ ਜਦੋਂ ਇਲੈਕਸ਼ਨਾਂ ਲੜੀਆਂ ਜਾਂਦੀਆਂ ਕਿ ਕਾਰਪੋਰੇਟ ਸੈਕਟਰ ਕਿਹਨੂੰ ਬੈਕ ਕਰਦਾ। ਇੱਥੇ ਕਿਤੇ ਨਾ ਇਲੈਕਸ਼ਨ ਜਿਹੜਾ ਸਾਡਾ ਇੰਡੀਆ ਦਾ ਇਲੈਕਸ਼ਨ ਸਿਸਟਮ ਹੈ ਉਹ ਵੀ ਤਾਂ ਫਾਲਟੀ ਹੈ ਨਾ ਜੀ। ਬਿਲਕੁਲ ਫਾਲਟੀ ਹੈਗਾ, ਪੈਸਾ ਲਗਾਉਣਾ। ਜੇ ਮੇਰਾ ਮਤਲਬ ਸਾਡਾ ਪੂਰਾ ਪੋਲੀਟੀਕਲ ਸਿਸਟਮ ਹੁਣ ਡਿਪੈਂਡ ਕਰਨ ਲੱਗ ਪਿਆ ਫੰਡਿੰਗ ਦੇ ਉੱਤੇ, ਉਹਦਾ ਮਤਲਬ ਹੈ ਕਿ ਵੀ ਆਰ ਨੋ ਲੋਂਗਰ ਵਰਕਿੰਗ ਕਿ ਡੈਮੋਕ੍ਰੈਟਿਕ ਮਾਡਲ ਜਿਹੜਾ ਸਾਡਾ ਹੈਗਾ ਉਹ ਥੋੜਾ ਡਿਫੈਕਟਿਵ ਹੋ ਗਿਆ। ਡੈਮੋਕ੍ਰੇਸੀ ਨੂੰ ਖਤਰਾ ਹੈ ਕਿਉਂਕਿ ਜਿਹੜੇ ਬੰਦੇ ਕੋਲ ਫੰਡਿੰਗ ਹੈਗੀ ਹੈ ਇੱਕ ਕਿਸਮ ਦਾ ਉਹੀ ਇਲੈਕਸ਼ਨ ਲੜ ਸਕਦਾ, ਜਿਹਦੇ ਕੋਲ ਫੰਡਿੰਗ ਨਹੀਂ ਹੈਗਾ ਉਹ ਇਲੈਕਸ਼ਨ ਨਹੀਂ ਲੜ ਸਕਦਾ ਕਿਉਂਕਿ ਉਹਦੀ ਰੀਚ ਨਹੀਂ ਬਣਦੀ ਉਹਨੀ। ਸਾਡਾ ਇਲੈਕਟੋਰੇਟ ਬਹੁਤ ਵੱਡਾ ਹੈਗਾ ਹੈ। ਤੁਸੀਂ ਹੁਣ ਜਦੋਂ ਅਸੀਂ ਜਿਹੜਾ ਲੋਕ ਸਭਾ ਦਾ ਲੈ ਲਓ ਤੇ ਜੇ ਤੁਸੀਂ ਅਨੰਦਪੁਰ ਸਾਹਿਬ ਦੀ ਜਿਹੜੀ ਪਾਰਲੀਮੈਂਟਰੀ ਜਿਹੜੀ ਕਨਸਟੀਟਿਊਂਸੀ ਦੇਖੋ, ਮੈਂ ਲੜਿਆ ਸੀਗਾ, ਮੈਨੂੰ ਪਤਾ ਹੈ ਕਿ ਮੈਂ ਲੜਿਆ, ਮੈਨੂੰ 1.5 ਲੱਖ ਵੋਟ ਵੀ ਮਿਲੀ ਹੈ। ਇਹ ਤਾਂ ਮਹਾਰਾਜ ਦੀ ਕਿਰਪਾ ਹੈ, ਲੋਕਾਂ ਦਾ ਬਹੁਤ ਪਿਆਰ ਸੀਗਾ। ਮਗਰ ਮੈਨੂੰ ਇਹ ਪਤਾ ਹੈ ਕਿ ਤੁਹਾਡੇ ਕੋਲ ਇਸ ਵੇਲੇ ਆਲਮੋਸਟ ਜੇ ਅਸੀਂ ਕਹੀ ਜਾਏ ਕਿ 25 ਲੱਖ ਬੰਦਾ ਵੋਟਰ ਹੈ ਤੁਹਾਡਾ,
ਇੱਕ ਪਾਰਲੀਮੈਂਟਰੀ ਕਨਸਟੀਟਿਊਂਸੀ, ਤੇ ਤੁਸੀਂ ਕਿਸ ਤਰ੍ਹਾਂ 1 ਮਹੀਨੇ ਜਾਂ 1.5 ਮਹੀਨੇ ਤੁਸੀਂ ਉਹਨਾਂ ਨੂੰ ਰੀਚ ਕਿੱਦਾਂ ਕਰੋਗੇ? ਫੰਡਿੰਗ ਦੀ ਲੋੜ ਹੈ, ਫੰਡਿੰਗ ਦੀ ਲੋੜ। ਸਰਕਾਰ ਵੀ ਸਾਡੀ ਫੰਡਿੰਗ ਜਿਹੜੀ ਸਾਡੀ ਸੇਫ ਹੋ ਸੋ ਜਿਹੜੀਆਂ ਪਾਰਟੀਆਂ ਵੈਲ ਫੰਡਡ ਨੇ ਉਹਨਾਂ ਦੀ ਰੀਚ ਵੱਧ ਜਾਂਦੀ ਹੈ, ਉਹਨਾਂ ਦੀ। ਛੋਟੀ ਜਿਹੜਾ ਇਸ ਮੋਰਚੇ ਨੂੰ, ਕਿਉਂਕਿ ਮੈਂ ਸਮਝਦਾ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਗੱਲ ਦੀ ਆਸ ਨਹੀਂ ਸੀ ਸਾਡੇ ਨਾਲ ਸਮਾਂ ਲੱਗ ਜਾਏਗਾ, ਕਿਉਂਕਿ ਜਿਵੇਂ ਹੁਣ ਸਾਰੇ ਬਾਰਡਰ 'ਤੇ ਪੂਰੀ ਇੱਕ ਟੈਂਟ ਸਿਟੀ ਵਸ ਗਏ ਹੋਏ ਨੇ, ਲੰਗਰ ਲੱਗੇ ਹੋਏ ਨੇ, ਹਰ ਚੀਜ਼ ਪੂਰੀ ਹੋ ਰਹੀ ਹੈ। ਮੈਂ ਮਹਿਸੂਸ ਕਰਦਾ ਕਿ ਇਹ ਵੀ ਜਿਸ ਤਰ੍ਹਾਂ ਸੇਵਾ ਦੀ ਭਾਵਨਾ ਦੇ ਨਾਲ, ਔਰ ਜਿਹੜੀ ਸਾਰੀ ਜਥੇਬੰਦੀਆਂ, ਈਵਨ ਜਿਹੜੀ ਖਾਲਸਾ ਏਡ, ਬਾਹਰਲੇ ਦੇਸ਼ਾਂ ਤੋਂ ਜਿਹੜੀ ਫੰਡਿੰਗ ਲੋਕਾਂ ਦੀ ਆਈ ਹੈ, ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਇੱਕ ਨਵਾਂ ਜੋ ਸੇਵਾ ਦਾ ਮਾਡਲ ਜਾਂ ਜਿਹੜੀ ਆ ਸਰਬੱਤ ਦਾ ਭਲੇ ਦਾ ਜਿਹੜਾ ਮਾਡਲ ਹੈ ਸਿੱਖੀ ਦਾ, ਔਰ ਕਿਵੇਂ ਸਿੱਖ ਪੰਥ ਨੇ ਇਸ ਨੂੰ ਆਪਣਾ, ਦੇਖੋ ਲਗਾਇਆ ਮੋਰਚਾ ਕਾਂਗਰਸ ਇਹਨਾਂ ਨੇ ਕਿਸਾਨਾਂ ਨੇ, ਲੇਕਿਨ ਸਾਰਾ ਪੰਥ, ਸਾਰਾ ਪੰਜਾਬ, ਹਰਿਆਣਾ, ਸਾਰੀਆਂ ਹੋਰ ਲੋਕਾਂ ਦੀ ਕਿਵੇਂ ਇਕੱਠੇ ਹੋ ਕੇ ਆਪਣੀ ਭਾਈਚਾਰਕ ਸਾਂਝ ਵਧਾਈ ਹੈ, ਇਹ ਵੀ ਮੈਂ ਸਮਝਦਾ ਇੱਕ ਇਸ ਅੰਦੋਲਨ ਦੀ ਪ੍ਰਾਪਤੀ ਹੈ। ਇਹ ਤੁਸੀਂ ਪ੍ਰਾਪਤੀਆਂ ਦੀ ਗੱਲ ਕੀਤੀ ਸੀਗੀ ਨਾ, ਹਾਂਜੀ, ਤੇ ਇਹ ਪ੍ਰਾਪਤੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਇਹਨੇ ਪੰਥਿਕ ਢੰਗ ਨਾਲ ਇਹ ਜਿਹੜਾ ਐਜੀਟੇਸ਼ਨ ਲੜਿਆ ਗਿਆ, ਪੰਥਕ ਸੰਸਥਾਵਾਂ ਨੇ, ਪਰੰਪਰਾਵਾਂ ਨੇ, ਉਹਨਾਂ ਨੇ ਵੀ ਇਹਨੂੰ ਬਹੁਤ ਸਹੀ ਢੰਗ ਨਾਲ ਇਹਨੂੰ ਸਪੋਰਟ ਕੀਤਾ, ਮਗਰ ਕੋਈ ਅੱਗੇ ਨਹੀਂ ਆਈ ਤੇਰਾ। ਹੁਣ ਜੇ ਅਸੀਂ ਕਹੀਏ ਕੋਈ ਕਿਸੇ ਨੇ ਬੈਨੀਫਿਟ ਲੈਣਾ ਹੋਏ, ਉਹ ਨਹੀਂ ਹੋਇਆ, ਸਭ ਸੇਵਾ ਦੇ ਭਾਵ ਨਾਲ ਹੋਇਆ, ਕਿਉਂਕਿ ਕਿਸੇ ਨੇ ਆਪਣੇ ਝੰਡੇ ਨਹੀਂ ਦਿਖਾਏ, ਕਿਸੇ ਨੇ ਆਪਣੀ ਕਿਸਾਨੀ ਅੰਦੋਲਨ ਦਾ ਖਾਸ ਤੌਰ ਤੇ ਪੰਜਾਬ ਨੇ ਰੋਲ ਅਦਾ ਕੀਤਾ ਹੈ, ਉਹਨਾਂ ਜਿਹੜੀ ਕਿਸਾਨੀ ਦਾ ਗੌਰਵ ਹੈ ਜਾਂ ਅਣਖ ਹੈ, ਉਹ ਵੀ ਜਿਹੜੀ ਜਾਗੀ ਇਸ ਤਰੀਕੇ ਨਾਲ, ਉਹ ਜਾ ਕੇ ਸਗੋਂ ਇੱਕ ਤੇ ਬੜੇ ਸੋਹਣੇ ਢੰਗ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਸੰਦੇਸ਼ ਨਾਲ ਜੁੜ ਗਈ ਹੈ। ਇੱਕ ਹੋਰ ਗੱਲ ਮੈਂ ਜਿਹੜੀ ਵੇਖ ਰਿਹਾ ਇਸ ਮੋਰਚੇ 'ਚ ਥੋੜ੍ਹੀ ਸਾਹਿਬ, ਕਿ ਜਿਹੜਾ ਨੌਜਵਾਨੀ ਹੈ, ਚਾਹੇ ਹਰਿਆਣੇ ਦੀ ਹੈ, ਚਾਹੇ ਪੰਜਾਬ ਦੀ ਹੈ, ਜਿਸ ਢੰਗ ਦੇ ਨਾਲ ਨੌਜਵਾਨੀ ਨੇ ਆਪਣੇ ਜੋਸ਼ ਨੂੰ ਸਬਰ ਦੇ ਨਾਲ, ਸਬਰ ਦਾ ਮੁਜ਼ਾਹਰਾ ਕਰਦੇ ਹੋਏ ਉਸ ਨੂੰ ਕਿਸਾਨਾਂ ਦੇ ਜਿਹੜੇ ਲੀਡਰਸ ਨੇ ਉਹਨਾਂ ਦੀ ਆਗਿਆ 'ਚ ਰਹਿ ਕੇ ਡਿਸਿਪਲਿਨ ਔਰ ਨੌਨ ਵਾਇਲੈਂਸ ਤਰੀਕੇ ਨਾਲ ਇੱਕ ਮੈਂ ਸਮਝਦਾ ਕਿ ਦਿਸ਼ਾ ਮਿਲੀ ਹੈ ਨੌਜਵਾਨਾਂ ਨੂੰ। ਬਹੁਤ ਸੋਹਣਾ ਬਿਲਕੁਲ ਜਿਹੜਾ ਨੌਜਵਾਨ ਸੀ ਉਹ ਨਸ਼ੇ ਬਹੁਤ ਹੀ ਪ੍ਰਭਾਵ ਬਣ ਗਿਆ ਸੀ ਵੀ ਪੰਜਾਬ ਦਾ ਨੌਜਵਾਨ ਤਾਂ ਖਤਮ ਹੀ ਹੋ ਗਿਆ, ਉਹ ਤਾਂ ਗੱਲ ਹੀ ਹੋ ਗਈ ਸ਼ੁਰੂ ਹੋ ਗਈ ਸੀ ਪੰਜਾਬ ਤਾਂ ਖਤਮ ਹੈ। ਨਹੀਂ, ਇਹਦੇ ਨਾਲ ਕੀ ਦੱਸਦੇ ਕਿ ਜਿਹੜਾ ਪ੍ਰਭਾਵ ਬਣਿਆ ਹੈ, ਜੋ ਕਿਸਾਨੀ ਦੇ ਜੋ ਰਿਜ਼ਲਟਸ ਨਿਕਲਦੇ ਨੇ, ਉਹ ਤਾਂ ਵੱਖਰੀ ਥਾਂ 'ਤੇ ਹੈ, ਜੋ ਰਿਜ਼ਲਟਸ ਨਿਕਲਣਗੇ, ਜੋ ਕੇਂਦਰ ਸਰਕਾਰ ਲੱਗਦਾ ਕਿ ਇਸ ਲਈ ਹੁਣ ਮਤਲਬ ਉਹਨੂੰ ਕੋਈ ਵਾਸਤੇ ਹੋਰ ਕੋਈ ਰਸਤਾ ਨਹੀਂ ਕਿ ਇਹਨਾਂ ਨੂੰ ਮਤਲਬ ਸਬਮਿਟ ਕਰਨ 'ਤੇ। ਪਰ ਤੁਸੀਂ ਕੀ ਸਮਝਦੇ ਜਿਹੜੀ ਸਾਡੀ ਨੌਜਵਾਨੀ ਹੈ ਪੰਜਾਬ ਦੀ, ਸਿੱਖ ਨੌਜਵਾਨੀ ਖਾਸ ਤੌਰ 'ਤੇ, ਉਹ ਪੰਜਾਬ ਦੇ ਭਵਿੱਖ ਵਿੱਚ ਕੀ ਰੋਲ ਅਦਾ ਕਰੇਗੀ? ਕਿਉਂਕਿ ਰਾਜਨੀਤਿਕ ਪਾਰਟੀਆਂ ਦੇ ਜਿਹੜੀਆਂ ਨੇ ਉਹ ਵੀ ਇਸ ਪਾਸੋਂ ਮਤਲਬ ਇਹ ਵੀ ਸਾਡਾ ਇੱਕ ਵਰਸ਼ਨ ਬਣਦਾ ਹੈ ਕਿ ਇਸ ਮੋਰਚੇ ਦਾ ਜਾਂ ਜਿਹੜੇ ਰਿਜ਼ਲਟਸ ਨਿਕਲਣਗੇ ਉਹਦਾ ਪੰਜਾਬ ਦੀ ਰਾਜਨੀਤੀ 'ਤੇ ਕੀ ਅਸਰ ਪਵੇਗਾ। ਪਰ ਤੁਸੀਂ ਮਹਿਸੂਸ ਕਰਦੇ ਵੀ ਇਹ ਜਿਹੜਾ ਨੌਜਵਾਨੀ ਨੂੰ ਦਿਸ਼ਾ ਮਿਲੀ ਹੈ, ਉਹਦੇ 'ਚ ਇਸ ਮੋਰਚੇ ਨੇ ਕਿੰਨਾ ਕੁ ਰੋਲ ਅਦਾ ਕੀਤਾ? ਦੇਖੋ ਜੀ, ਨੌਜਵਾਨੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ, ਕਿਉਂਕਿ ਜਿਹੜਾ ਫਰੰਟ ਲਾਈਨ 'ਤੇ ਤਾਂ ਨੌਜਵਾਨੀ ਹੁੰਦੇ ਹੈ ਜੀ, ਹਮੇਸ਼ਾ ਕਿਤੇ ਵੀ ਦੇਖੋ, ਕਿਸੇ ਵੀ ਸੰਘਰਸ਼ ਦੇਖੋ, ਫਰੰਟ ਲਾਈਨ 'ਤੇ ਹਮੇਸ਼ਾ ਨੌਜਵਾਨੀ ਹੁੰਦਾ। ਹੁਣ ਤਾਂ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ ਹੈ, ਮਗਰ ਬੜੇ ਡਿਸਪਲਿਨ ਨਾਲ, ਜਿਸ ਤਰ੍ਹਾਂ ਤੁਸੀਂ ਕਿਹਾ, ਬੜੇ ਸੋਹਣੇ ਡਿਸਪਲਿਨ ਨਾਲ, ਬੜੇ ਪੀਸਫੁਲ ਪ੍ਰੋਟੈਸਟ ਕੀਤਾ, ਸ਼ਾਂਤਮਈ ਜਿਹੜਾ ਸੰਘਰਸ਼ ਹੈ। ਤਾਂ ਇਹਦੇ ਨਾਲ ਕੀ ਹੈ, 2-3 ਚੀਜ਼ਾਂ ਜਿਹੜੀਆਂ ਸਾਹਮਣੇ ਆ ਗਈਆਂ ਕਿ ਉਹਨਾਂ ਨੌਜਵਾਨ ਪੀੜ੍ਹੀ ਨੂੰ ਵੀ ਇੱਕ ਨਵੀਂ ਦਿਸ਼ਾ ਮਿਲੀ ਤੇ ਨੌਜਵਾਨ ਪੀੜ੍ਹੀ ਸਿੱਖੀ ਨਾਲ ਜੁੜ ਗਈ, ਸਿੱਖੀ ਦੇ ਸਿਧਾਂਤਾਂ ਨਾਲ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਸਿਧਾਂਤਾਂ ਨਾਲ, ਰਵਾਇਤਾਂ ਨਾਲ ਜੁੜ ਗਈ, ਉਹ ਜਿੱਥੋਂ ਟੁੱਟ ਗਈ ਸੀਗੀ, ਉਹ ਵਾਪਸ ਆਪਣੀ ਜੁੜ ਗਈ ਤੇ ਉਹ ਕਿਸਮ ਦਾ ਆਪਣੇ DNA ਦੇ ਵਿੱਚ ਆ ਗਈ ਵਾਪਸ। ਉਹ ਆਪਣੇ ਵਾਪਸ ਆਪਣੇ ਉਹਦੇ 'ਚ ਆ ਗਏ ਤੇ ਘੇਰੇ 'ਚ ਆ ਗਏ ਨੇ। ਤੇ ਹੁਣ ਅੱਗੇ ਸਾਨੂੰ ਤਾਂ ਬੜੀ ਉਮੀਦ ਹੈ, ਮੈਨੂੰ ਆਪਣੇ ਆਪ ਉਮੀਦ ਹੈ, ਮੈਂ ਕਿਹਾ ਤੁਹਾਨੂੰ ਵੀ ਇਹੀ ਉਮੀਦ ਹੋਏਗੀ, ਤੇ ਸਾਰੇ ਜਿਹੜੇ ਸਿਆਣੇ ਜਿਹੜੇ ਇੰਟੈਲੈਕਚੁਅਲ ਵਰਗ ਹੈ, ਜਿਹੜਾ ਬੁੱਧੀਜੀਵੀ ਹੈ, ਉਹਨਾਂ ਨੂੰ ਸਾਰਿਆਂ ਨੂੰ ਇਹੀ ਉਮੀਦ ਹੋਏਗੀ ਕਿ ਹੁਣ ਅੱਗੇ ਇਸ ਤਰ੍ਹਾਂ ਹੀ ਇਹ ਜਿਹੜੀ ਜਵਾਨ ਪੀੜ੍ਹੀ ਹੈ, ਗੱਲ ਤਾਂ ਦਿਸ਼ਾ ਮਿਲਣ ਦੀ ਹੈ ਨਾ ਜੀ, ਪੋਜ਼ਿਟਿਵ ਰੋਲ ਜਿਹੜਾ ਕੌਣ ਦਿਸ਼ਾ ਦੇਵੇਗਾ? ਦੇਖੋ ਜੀ, ਰਾਜਨੀਤਿਕ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਰਾਜਨੀਤਿਕ ਪਾਰਟੀਆਂ ਦੇ ਹੱਥੋਂ ਨਿਕਲ ਗਈ ਹੈ ਗੱਲ। ਅੱਛਾ, ਨਿਕਲ ਗਈ ਮੇਰੇ ਹਿਸਾਬ ਨਾਲ ਕਿ ਹੁਣ ਜਿਹੜਾ ਚੈਲੰਜ ਇਹਨਾਂ ਨੇ ਐਡੀ ਵੱਡੀ ਸਰਕਾਰ ਨੂੰ, ਜਿਨ੍ਹਾਂ ਦੇ 370 ਜਿਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਉਹਨੂੰ ਚੈਲੰਜ ਕਰ ਲਿਆ, ਕਾਂਗਰਸ ਜਾਂ ਹੋਰ ਪਾਰਟੀਆਂ ਦਾ ਨਾ ਦੇ ਸਕਦੀ ਜਿੱਤਣੇ ਨੇ ਦਿੱਤਾ ਨਹੀਂ, ਕਾਂਗਰਸ ਪਾਰਟੀ ਨੂੰ ਉਹਨਾਂ ਨੇ ਬਿਠਾ ਦੇਣਾ ਸੀਗਾ ਮਿੰਟਾਂ 'ਚ। ਪਰ ਹੁਣ ਜੋ ਸਥਿਤੀ ਬਣੀ ਹੋਈ ਹੈ ਉਹਦੇ 'ਚ ਚਲੋ ਇਹ ਕੀ ਰਿਜ਼ਲਟ ਨਿਕਲਦੇ ਨੇ, ਕਿਉਂਕਿ 26 ਤਰੀਕ ਨੂੰ ਬੜਾ ਵੱਡਾ ਇੱਕ ਉਹਨਾਂ ਨੇ ਪ੍ਰੋਗਰਾਮ ਲਾਉਂਦੇ ਵੀ ਅਸੀਂ ਵੱਖ ਥਾਵਾਂ 'ਤੇ ਬੜਾ ਟਰੈਕਟਰ ਮਾਰਚ ਕਰਾਂਗੇ, ਬੜਾ ਕੁਛ ਕਰਾਂਗੇ। ਇਸ ਦੇ ਨਾਲ ਜਿਹੜੀ ਨੌਜਵਾਨੀ ਨੂੰ ਕਿਵੇਂ ਬਚਾ ਕੇ ਰੱਖਣਗੇ, ਉਹ ਕਿਵੇਂ ਕੰਟਰੋਲ ਕਰਕੇ ਰੱਖਣਗੇ? ਕਿਉਂਕਿ ਇਹ ਤਾਂ ਹੁਣ ਬਿਲਕੁਲ ਐਕਸ਼ਨ ਪਲਾਨ ਆ ਜੀ ਇੱਕ ਤਰ੍ਹਾਂ ਦਾ। ਨਹੀਂ, ਐਕਸ਼ਨ ਪਲਾਨ ਤਾਂ ਪਹਿਲਾਂ ਵੀ ਸੀਗਾ, ਜ਼ਿੰਮੇਵਾਰੀ ਅਹਿਸਾਸ ਦੇਣਾ ਪਏਗਾ, ਦੇਣਾ ਸਬੂਤ ਦੇਣਾ। ਪ੍ਰਿੰਸੀਪਲ ਸਾਹਿਬ, ਤੁਸੀਂ ਆਪਾਂ ਭੁੱਲ ਰਹੇ ਹਾਂ,
ਐਕਸ਼ਨ ਪਲਾਨ ਤਾਂ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ। ਹਾਂ। ਜਦੋਂ ਵਾਟਰ ਕੈਨਨ ਉਹਨਾਂ ਨੇ ਤੁਹਾਡੇ ਉੱਤੇ ਲਾਤੇ, ਟੀਅਰ ਗੈਸ ਦੇ ਸ਼ੈਲ ਸੁੱਟਤੇ, ਤੇ ਜਦੋਂ ਸੜਕਾਂ ਪੱਟਦੀਆਂ ਤੇ ਐਕਸ਼ਨ ਪਲਾਨ ਤਾਂ ਉਸੇ ਵੇਲੇ ਆ ਗਿਆ। ਯੂ ਹੈਡ ਟੂ ਕਨਵਰਟ, ਔਰ ਉਹ ਬੜੀ ਬਹਾਦਰੀ ਨਾਲ ਕੰਮ ਹਾਂ। ਤਾਂ ਉਹ ਜਿਹੜਾ ਤੁਹਾਨੂੰ ਜਿਹੜਾ ਉਹਨਾਂ ਨੇ ਜਿਹੜੀ એનર્ਜੀ ਸੀ ਉਸ ਨੂੰ ਮਤਲਬ ਉਹਨਾਂ ਨੇ ਚੈਨਲਾਈਜ਼ ਕੀਤਾ। ਹਾਂ, ਪੋਜ਼ਿਟਿਵਲੀ, ਪੀਸਫੁਲੀ ਤੇ ਪੋਜ਼ਿਟਿਵਲੀ ਉਹਨਾਂ ਨੇ ਕਿ ਨੌਜਵਾਨੀ ਦਾ ਬਹੁਤ ਵੱਡਾ ਯੋਗਦਾਨ ਪਿਆ। ਤੇ ਨਾਲੇ ਅੱਗੇ ਵੀ ਜਿਹੜਾ ਹੈਗਾ ਨਾ, ਜੇ ਇਸ ਸੰਘਰਸ਼ ਨੂੰ ਆਪਣੇ ਜਿਹੜੇ ਪ੍ਰਾਪਤੀਆਂ ਜਿਹੜੇ ਪੂਰੀਆਂ ਕਰਨ ਵਾਸਤੇ ਜੇ ਇਹਨਾਂ ਨੂੰ ਜੇ ਹੋਰ ਵੀ ਕੋਈ ਇੱਦਾਂ ਦੇ ਕਦਮ ਚੁੱਕਣੇ ਪਏ, ਤਾਂ ਮੈਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਇਹਨਾਂ ਨੇ ਆਪਣੇ ਇਹੀ ਸ਼ਾਂਤਮਈ ਜਿਹੜਾ ਤਰੀਕਾ ਹੈ ਇਹ ਅਪਣਾ ਕੇ ਇਹ ਅੱਗੇ ਵੀ ਇੱਦਾਂ ਹੀ ਚੱਲਣਗੇ। ਇੱਕ ਹੋਰ ਗੱਲ ਜਿਹੜੀ ਬੜੀ ਇੰਪੋਰਟੈਂਟ ਹੈ ਕਿ ਉਹ ਹੈ ਕਿ ਜਿਹੜੀ ਕਿਸਾਨੀ ਦਾ ਜਿਹੜਾ ਪਹਿਲਾਂ ਸ਼ੁਰੂ ਗੱਲ ਕੀਤੀ ਅਸੀਂ, ਕਿ ਕਿਸਾਨੀ ਦਾ ਜਿਹੜਾ ਮੁੱਦਾ ਹੈ, ਫਸਲਾਂ ਦਾ ਵੀ ਜਿਹੜਾ ਕਿਸਾਨੀ ਮਾਡਲ ਜਿਹੜਾ ਹੈ, ਕਿਉਂਕਿ ਇਹ ਤਾਂ ਅਮਰੀਕਾ, ਰਸ਼ੀਅਨ ਜਿਹੜੇ ਦੇਸ਼ ਨੇ, ਪੱਛਮੀ ਦੇਸ਼ ਨੇ, ਇਹਨਾਂ ਨੇ ਹਰੀ ਕ੍ਰਾਂਤੀ ਦੇ ਵਿੱਚ ਲੈ ਕੇ ਆਉਂਦਾ ਸਾਰਾ ਸਿਸਟਮ ਮਾਡਲ ਤਾਂ ਹੋਇਆ ਨਾ ਜੀ। ਬਿਲਕੁਲ ਖਾਦਾਂ ਵੈਸਟਰਨ ਮਾਡਲ, ਕਾਰਪੋਰੇਟ ਸੈਕਟਰ ਆ ਗਿਆ, ਸਾਰਾ ਹੋ ਗਿਆ। ਇਹਦੇ ਜਿਹੜਾ ਪੰਜਾਬ ਦਾ ਆਪਣਾ ਜਿਹੜਾ ਵਿਕਾਸ ਮਾਡਲ ਹੈ ਜਾਂ ਖੇਤੀ ਮਾਡਲ ਹੈ, ਉਹਦੇ ਵਾਸਤੇ ਮੈਂ ਸਮਝਦਾ ਕਿ ਇਸ ਕਿਸਾਨ ਅੰਦੋਲਨ ਨੇ ਬੜੀ ਵੱਡੀ ਇੱਕ ਤਰ੍ਹਾਂ ਦੀ ਦਿਸ਼ਾ ਵੀ ਦਿੱਤੀ ਹੈ, ਜਾਂ ਇੱਕ ਤਰ੍ਹਾਂ ਦੀ ਪ੍ਰਾਪਤੀ ਹੈ ਕਿ ਇੱਕ ਇੰਟੈਲੈਕਚੁਅਲ ਵਾਸਤੇ ਵੀ ਕਿ ਸਾਨੂੰ ਦੱਸੋ ਕਿ ਸਾਡਾ ਬਦਲਵਾਂ ਮਾਡਲ ਕੀ ਹੈ ਖੇਤੀ ਦਾ, ਵਿਕਾਸ ਦਾ, ਪੰਜਾਬ ਦਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਮਾਡਲ ਹੈ। ਇਹ ਮੈਂ ਸਮਝਦਾ ਕਿਸਾਨੀ ਅੰਦੋਲਨ ਨੇ ਨਹੀਂ ਕੀਤੀ ਹੈ। ਇਹਦੇ 'ਚ ਸਭ ਤੋਂ ਵੱਡੀ ਗੱਲ ਤਾਂ ਇਹ ਪ੍ਰਾਪਤੀ ਹੋ ਗਈ ਹੈ ਕਿ ਅਸੀਂ ਦੇਖ ਲਿੱਤਾ ਹੈ ਕਿ ਜਿਹੜੇ ਮਾਡਲ ਸਾਡੇ ਉੱਤੇ ਇਹਨਾਂ ਕਾਨੂੰਨਾਂ ਦੇ ਰਾਹੀਂ ਥੋਪਰੇ ਸੀਗੇ ਜਾਂ ਪਹਿਲਾਂ ਵੀ ਆਏ ਹੋਏ ਨੇ, ਉਹ ਜਿਹੜੇ ਮਾਡਲ ਫੇਲਡ ਮਾਡਲ ਦੋਜ਼ ਆਰ ਮਾਡਲਸ ਵਿਚ ਹੈਵ ਬੀਨ ਟਰਾਈਡ ਐਂਡ ਟੈਸਟਡ। ਉਹ ਪਹਿਲਾਂ ਇਹਨਾਂ ਨੇ ਟਰਾਈ ਕਰਤੇ ਸੀ ਕਿ ਅਮਰੀਕਾ 'ਚ ਤੇ ਹੋਰ ਜਿਹੜੇ ਵੈਸਟਰਨ ਕੰਟਰੀਜ਼ 'ਚ ਟਰਾਈ ਕਰ ਚੁੱਕੇ ਹੈ, ਤੇ ਦੇ ਹੈਵ ਫੇਲਡ ਮਿਜ਼ਰਬਲੀ, ਕਿਉਂਕਿ ਉਹਨਾਂ ਸਾਰੀਆਂ ਕੰਟਰੀਜ਼ ਵਿੱਚ ਬਿਲੀਅਨਸ ਆਫ ਡਾਲਰ। ਤੁਸੀਂ ਤਾਂ ਅਮਰੀਕਾ ਕਾਫੀ, ਮੈਂ ਸਾਰੇ ਪਾਸੇ 40 ਕੰਟਰੀਜ਼ ਵਿੱਚ ਮੈਂ ਉਹਨਾਂ ਕੰਟਰੀਜ਼ ਵਿੱਚ 1950s ਦੇ ਵਿੱਚ ਆਫਟਰ ਦ ਸੈਕੰਡ ਵਰਲਡ ਵਾਰ, ਉਸ ਤੋਂ ਬਾਅਦ ਜਿਹੜਾ ਸੀਗਾ ਕਾਰਪੋਰੇਟਾਈਜੇਸ਼ਨ ਆਫ ਐਗਰੀਕਲਚਰ ਸ਼ੁਰੂ ਕਰਤਾ ਸੀਗਾ ਸਰਕਾਰਾਂ ਨੇ। ਉਹੀ ਜਿੱਦਾਂ ਦੇ ਇਹ ਕਾਨੂੰਨ ਬਣਾਏ ਨੇ, ਇੱਦਾਂ ਦੇ ਕਾਨੂੰਨ ਉਹਨਾਂ ਨੇ ਲਿਆਂਦੇ ਸੀਗੇ। ਉਹਨਾਂ ਨੇ ਜਦੋਂ ਕਾਨੂੰਨ ਲਿਆਏ ਤੇ ਕਾਰਪੋਰੇਟ ਸੈਕਟਰ ਨੇ ਕੀ ਹੈ, ਛੋਟਾ ਤੇ ਜਿਹੜਾ ਮਾਰਜਨਲ ਜਿਹੜਾ ਫਾਰਮਰ ਸੀਗਾ ਉਹਨੂੰ ਸਕਵੀਜ਼ ਕਰਤਾ। ਤੇ ਉਹਦੀਆਂ ਜ਼ਮੀਨਾਂ ਖਰੀਦ ਲਿੱਤੀਆਂ, ਉਹਨੂੰ ਭਜਾਤਾ। ਜਿਵੇਂ ਹੁਣ ਡਰ ਹੈਗਾ ਜਿਹੜਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਹੜਾ ਸਾਡੇ ਕਿਸਾਨ ਜ਼ਿਕਰ ਕਰਦੇ, ਹੁਣ ਤੱਕ ਇਹ ਤਾਂ ਇੱਕ ਇਕੱਲੇ ਕਿਸਾਨ ਦੇ ਮੂੰਹ ਤੇ ਆ ਗਈ ਨਾ ਗੱਲ। ਹੁਣ ਕੱਲਾ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ, ਸਾਡੇ ਤਾਂ ਕਲਚਰ ਦਾ ਹਿੱਸਾ ਹੈ, ਸਾਡੇ ਕਲਚਰ ਦਾ ਹਿੱਸਾ। ਤੇ ਉਹਨਾਂ ਨੂੰ ਉਸ ਵੇਲੇ ਵੀ ਅਮਰੀਕਾ ਦੇ ਵਿੱਚ ਇਹਨਾਂ ਨੇ ਕਾਰਪੋਰੇਟਸ ਨੇ ਟੇਕ ਓਵਰ ਕਰਤੀ। ਜਿਹੜੀ ਆ ਉਹਦੇ ਨਾਲ ਕੀ ਹੋਇਆ ਕਿ ਉਹ ਜਿਹੜਾ ਫਾਰਮਰ ਸੀਗਾ ਉਹ ਸ਼ਹਿਰਾਂ ਵਿੱਚ ਗਿਆ। ਸ਼ਹਿਰਾਂ ਵਿੱਚ ਜਾ ਕੇ ਉਹ ਬਣਿਆ ਇੰਜਨ ਇੰਡਸਟਰੀਅਲ ਰੈਵੋਲੂਸ਼ਨ ਦਾ। ਉਹਨੇ ਫੈਕਟਰੀਆਂ ਵਿੱਚ ਜਾ ਕੇ ਕੰਮ ਕੀਤਾ, ਉਹਨੇ ਫੈਕਟਰੀਆਂ ਜਾ ਕੇ ਕੰਮ ਕਰਕੇ ਉਹਦੀ ਮਿਹਨਤ ਨਾਲ ਅਮਰੀਕਾ ਬਣਿਆ। ਜਿਹੜਾ ਇੰਡਸਟਰੀਅਲ ਰੈਵੋਲੂਸ਼ਨਸ ਆਏ ਜੀ, ਉਹ ਮਤਲਬ ਐਟ ਦੀ ਕਾਸਟ ਆਫ ਐਗਰੀਕਲਚਰ ਆਏ, ਜਿਹੜਾ ਇੰਡਸਟਰੀਅਲ ਮਾਡਲ ਜਿਹੜਾ ਫੇਲ ਹੋ ਗਿਆ ਇਸ ਲਈ। ਕਿਉਂਕਿ ਐਗਰੀਕਲਚਰ ਜਦੋਂ ਉਹਨਾਂ ਨੇ ਅਟੈਕ ਕਰਕੇ ਉਹਨਾਂ ਨੇ ਆਪਣੇ ਵੱਲ ਖਿੱਚ ਲਿਆ ਕਾਰਪੋਰੇਟਸ ਨੇ, ਤੇ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਫਾਰਮ ਲੇਬਰ ਸਾਰੀ ਸੀਗੀ ਉਹ ਫ੍ਰੀ ਹੋ ਗਈ। ਉਹ ਫਾਰਮ ਲੇਬਰ ਸਾਰੀ ਚਲੀ ਗਈ ਸ਼ਹਿਰਾਂ ਵਿੱਚ ਚਲੇ ਗਈ, ਉਹਨਾਂ ਫੈਕਟਰੀਆਂ 'ਚ ਲਾ ਲਿਆ। ਤੇ ਜੇ ਫੈਕਟਰੀਆਂ ਨਾਲ ਤਾਂ ਕੰਜ਼ਿਊਮਰਿਜ਼ਮ ਆ ਗਿਆ, ਕੰਜ਼ਿਊਮਰਿਜ਼ਮ ਦੇ ਨਾਲ ਲੋਕਾਂ ਦਾ ਜਿਹੜਾ ਜੀਵਨ ਹੋਰ ਖਰਾਬ ਹੋ ਗਿਆ। ਸੋ ਸਾਰਾ ਮੇਰਾ ਮਤਲਬ ਹੈ ਜਿਹੜਾ ਇਹ ਮਾਡਲ ਜਿਹੜਾ ਇਹ ਅਸੀਂ ਅਪਣਾ ਰਹੇ ਹਾਂ, ਇਹ ਫੇਲਡ ਮਾਡਲ ਹੈ। ਫਿਰ ਸਾਡੀ ਬੜੀ ਵੱਡੀ ਸਾਡੇ ਵਾਸਤੇ ਤਾਂ ਹੁਣ ਸਰਕਾਰ ਦੀ ਬੜੀ ਵੱਡੀ ਗਲਤੀ ਹੈ ਕਿ ਅਸੀਂ ਹਿਸਟਰੀ ਵੱਲ ਨਹੀਂ ਜਾਂਦੇ, ਅਸੀਂ ਸੋਚਦੇ ਨਹੀਂ ਹਾਂ। ਵੀ ਆਰ ਕਿ ਜੇ ਅਸੀਂ ਵਾਪਸ ਆਪਣੇ ਵਿਰਸੇ ਨਾਲ ਨਹੀਂ ਜੁੜਾਂਗੇ ਕਿ ਵੀ ਵਿਲ ਬੀ ਡੂਮ ਟੂ ਰਿਪੀਟ ਦ ਸੇਮ ਮਿਸਟੇਕਸ। ਜਿਹੜੀਆਂ ਬਾਕੀ ਮੁਲਕਾਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ, ਉਹੀ ਗਲਤੀਆਂ ਅਸੀਂ ਦੁਹਰਾ ਰਹੇ ਹਾਂ। ਦੈਟ ਮੀਨਸ ਕਿ ਜਿਹੜੇ ਪੰਜਾਬ ਜਿਹੜੀ ਜਾਗਰਤੀ ਪੈਦਾ ਕੀਤੀ ਹੈ ਇਸ ਕਿਸਾਨੀ ਅੰਦੋਲਨ ਨੇ, ਲੋਕ ਚੇਤਨਾ ਇੱਕ ਨਵੀਂ ਲੋਕ ਲਾਏ ਬਣੀ ਹੈ, ਉਸ ਨਾਲ ਪੰਜਾਬ ਦੇ ਆਪਣੇ ਬਦਲਵੇਂ ਆਲਟਰਨੇਟਿਵ ਜਿਹੜਾ ਡਿਵੈਲਪਮੈਂਟ ਮਾਡਲ ਹੈ ਉਹਦੀ ਸਪੇਸ ਬਣ ਗਈ ਹੈ ਸਪੇਸ। ਔਰ ਉਹਦੇ 'ਚ ਇਸ ਲਈ ਵਿਦਵਾਨਾਂ ਤੇ ਆਰਥਿਕ ਮਾਹਰਾਂ ਪੰਜਾਬ ਦੇ ਖਾਸ ਤੌਰ 'ਤੇ ਕਿ ਜੇ ਪੰਜਾਬ ਨੇ ਇੰਡੀਆ ਨੂੰ ਇੱਕ ਦਿਸ਼ਾ ਦਿੱਤੀ ਹੈ ਇਸ ਕਿਸਾਨੀ ਅੰਦੋਲਨ ਨੇ, ਉਸ ਤਰੀਕੇ ਨਾਲ ਮੈਂ ਸਮਝਦਾ ਕਿ ਪੰਜਾਬ ਇੱਕ ਨਵੀਂ ਦਿਸ਼ਾ ਨਹੀਂ ਦੇ ਸਕਦਾ ਕਿ ਕਿਵੇਂ ਨਵਾਂ ਮਾਡਲ ਆਵੇ, ਕਿਵੇਂ ਆਵੇ। ਜੇ ਦੇ ਸਕਦਾ ਹੈ ਤੇ ਸਾਨੂੰ ਜ਼ਿਆਦਾ ਦੂਰ ਦੇਖਣ ਦੀ ਲੋੜ ਵੀ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਰੇ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰੀ ਮਾਡਲ ਜਿਹੜਾ ਸਾਡੇ ਸਾਹਮਣੇ ਪਿਆ ਜੀ, ਉਹ ਸਾਨੂੰ ਬੇਸਿਸ ਉਹ ਬਣਾਉਣਾ ਚਾਹੀਦਾ, ਦਿਸ਼ਾ ਦੇ ਨਵਾਂ ਜਿਹੜਾ ਸਾਡਾ ਮਾਡਲ ਖੜਾ ਹੋਏ, ਉਹਦੀ ਫਾਊਂਡੇਸ਼ਨਸ ਹੀ ਉੱਥੋਂ ਅਸੀਂ ਲੈ ਸਕਦੇ ਹਾਂ। ਮੈਂ ਇਸ ਨੂੰ ਆਪਾਂ ਗੱਲ ਨੂੰ ਖਤਮ ਕਰੀਏ। ਮੈਂ ਸਮਝਦਾ ਕਿ ਅੱਜ ਦੀ ਜੇ ਕਿਸਾਨੀ ਅੰਦੋਲਨ ਦੀ ਜਿਹੜੀ ਪ੍ਰਾਪਤੀਆਂ ਨੇ, ਇਹ ਇਤਿਹਾਸ 'ਚ ਇੱਕ ਬੜਾ ਵੱਡਾ ਨਵਾਂ ਹੀ ਦਿਸ਼ਾ ਖੜਾ ਕਰ ਦਿੱਤੀ ਇਸਨੇ, ਭਵਿੱਖ ਦੀ ਦਿਸ਼ਾ ਬਣ ਗਈ ਹੈ। ਔਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਇਸ ਕਿਸਾਨੀ ਅੰਦੋਲਨ ਨੇ ਲੋੜ ਪੈਦਾ ਕੀਤੀ ਹੈ ਇੱਕ ਆਲਟਰਨੇਟਿਵ ਡਿਵੈਲਪਮੈਂਟ ਮਾਡਲ ਦੀ, ਉਹ ਸਾਡੀ ਸਿੱਖੀ 'ਚ ਪਿਆ ਹੈ।
ਤੇ ਇਸ ਲਈ ਪੰਜਾਬ ਦੇ ਜਿਹੜੇ ਵਿਦਵਾਨ ਨੇ, ਆਰਥਿਕ ਮਾਹਰ ਨੇ, ਜਿਹੜੀ ਖੇਤੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਮੈਂ ਸਮਝਦਾ ਕਿ ਜ਼ਿੰਮੇਵਾਰੀ ਬਣ ਜਾਂਦੀ ਉਹਨਾਂ ਨੂੰ ਤੁਸੀਂ ਕੀ ਮੈਸੇਜ ਦਿੰਦੇ ਹੋ? ਦੇਖੋ ਜੀ, ਜਿਹੜੇ ਇੰਟੈਲੈਕਚੁਅਲਸ ਨੇ ਇੱਕ ਨਵਾਂ ਮਾਡਲ ਕਿਵੇਂ ਦੇਣ? ਦੇਖੋ ਜੀ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਵਿਦਵਾਨ ਨੇ ਪੰਜਾਬ ਦੇ ਵਿੱਚ, ਉਹਨਾਂ ਉਸ ਦੋਨੋਂ ਚੀਜ਼ਾਂ ਜੁੜੇ ਹੋਏ। ਇੱਕ ਤਾਂ ਸਾਇੰਟੀਫਿਕ ਟੈਂਪਰ ਵੀ ਆ ਗਿਆ ਉਹਨਾਂ ਵਿੱਚ, ਤੇ ਦੂਜਾ ਹੈ ਉਹ ਸਿੱਖੀ ਨਾਲ ਵੀ ਜੁੜੇ ਹੋਏ ਨੇ, ਤੇ ਉਹਨਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ, ਕਿਉਂਕਿ ਉਹੀ ਹੈ ਬੰਦੇ ਜਿਹੜੇ ਇਸ ਮਾਡਲ ਨੂੰ ਇੱਕ ਨਵਾਂ ਰੂਪ ਦੇ ਸਕਦੇ ਨੇ ਤੇ ਇਹਨੂੰ ਇੱਕ ਰਿਐਲਿਟੀ ਬਣਾ ਸਕਦੇ ਨੇ। ਮਤਲਬ ਇਹ ਬਜਾਏ ਇਸਦੇ ਕਿ ਤੁਸੀਂ ਬਾਹਰਲੇ ਮਾਡਲ ਤੋਂ ਸਟੱਡੀ ਕਰਕੇ ਉੱਥੋਂ ਲਿਆ ਕੇ ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਜੋ ਮਾਡਲ ਦਿੱਤੇ ਹੋਏ ਨੇ ਸਿੱਖੀ ਦੇ, ਉਹਨੂੰ ਤੁਸੀਂ ਸਟੱਡੀ ਕਰੋ, ਉਹ ਸਟੱਡੀ ਕਰੀਏ, ਉਹਦੇ ਬੇਸਿਸ ਦੇ ਉੱਤੇ ਤੁਸੀਂ ਇੱਕ ਨਵਾਂ ਮਾਡਲ ਤਿਆਰ ਕਰੋ, ਜਿਹੜਾ ਮਾਡਲ ਤੁਸੀਂ ਸੈਂਟਰ ਦੇ ਨਾਲ ਡਿਸਕਸ ਕਰੋ ਕਿ ਇਹ ਮਾਡਲ ਜਿਹੜਾ ਹੈ ਰੈਲੇਵੈਂਟ ਮਾਡਲ ਹੈ, ਕਿਸਾਨ ਓਰੀਐਂਟਡ ਇਹ ਮਾਡਲ ਜਿਹੜਾ ਹੈ ਰੈਲੇਵੈਂਟ ਮਾਡਲ ਹੈ ਕਿਸਾਨੀ ਦੇ ਮੁੱਦਿਆਂ ਦੇ ਉੱਤੇ, ਇਸ਼ੂਜ਼ ਦੇ ਲੋੜ ਆ, ਜਿਹੜੇ ਮੁੱਦੇ ਹੈਗੇ ਨੇ। ਸੋ ਮੈਂ ਸਮਝਦਾ ਕਿ ਜਿਹੜੇ ਕਿਸਾਨ ਅੰਦੋਲਨ ਦੀ ਜੋ ਪ੍ਰਾਪਤੀਆਂ ਨੇ, ਇਹ ਬੜੀ ਵੱਡੀਆਂ ਇੱਕ ਇਤਿਹਾਸਕ ਦਿਸ਼ਾਵਾਂ ਇਹਦੀਆਂ ਸਿਰਜੀਆਂ ਜਾਂਦੀਆਂ ਨੇ ਜੀ। ਸੋ ਮੈਂ ਇਸ ਨੂੰ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਵਿੱਚ ਕੰਮ ਕਰਦੇ ਹਾਂ ਜੀ। ਅਸੀਂ ਵੀ ਮਤਲਬ ਇੱਕ ਇਹਦੇ 'ਤੇ ਵਰਕਆਊਟ ਸ਼ੁਰੂ ਕੀਤਾ ਹੈ ਬਹੁਤ ਕਿ ਬਦਲਵਾਂ ਵਿਕਾਸ ਮਾਡਲ ਕੀ ਦਿੱਤਾ ਜਾਵੇ, ਕਿਉਂਕਿ ਇਹ ਵਿਕਾਸ ਮਾਡਲ ਹੈ ਜੀ, ਜਿਹੜੀ ਕਿ ਅੰਦਰੂਨੀ ਬਲੂਮਿੰਗ ਹੁੰਦੀ ਹੈ, ਵਿਸਮਾਦੀ ਆਨੰਦ ਆਉਂਦਾ ਦੇ ਜਸ਼ਨ ਵਾਲਾ ਮਾਹੌਲ ਬਣਦਾ। ਉਹ ਮੈਂ ਸਮਝਦਾ ਕਿ ਸਮਾਰਟ TV ਵੱਲੋਂ ਯਤਨ ਸ਼ੁਰੂ ਕੀਤੇ ਨੇ ਅਸੀਂ, ਔਰ ਵਿਦਵਾਨਾਂ ਡਿਸਕਸ਼ਨਸ ਕਰਾਂਗੇ ਤੇ ਜੋ ਕਿਸਾਨੀ ਅੰਦੋਲਨ ਨੇ ਅਸਲੇ ਮੁੱਦੇ ਉਭਾਰੇ ਨੇ ਜੀ, ਇਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਵਾਂ ਪੰਜਾਬ ਜੀ, ਕਿਉਂਕਿ ਕਰਮ ਭੂਮੀ ਪੰਜਾਬ ਜਿਹੜਾ ਹੈ ਉਹ ਸਾਡੇ ਪੰਥ ਦੀ ਹੈ ਜੀ। ਸੋ ਮੈਂ ਸਮਝਦਾ ਕਿ ਇੱਥੇ ਇਸ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਲੈ ਕੇ ਆਉਣ ਦੀ, ਤੇ ਇਹ ਜੋ ਕਿਸਾਨੀ ਅੰਦੋਲਨ ਨੇ ਜੋ ਸਾਨੂੰ ਮੁੱਦੇ ਦਿੱਤੇ ਨੇ, ਇਹਨਾਂ ਨੂੰ ਅਸੀਂ ਨਵਾਂ ਪੰਜਾਬ ਸਿਰਜਣ 'ਚ ਇਸ ਨੂੰ ਅੱਗੇ ਲੈ ਕੇ ਜਾਵਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆ ਕੇ ਸਾਡੇ ਸਮਾਂ ਕੱਢਿਆ, ਤੇ ਕਿਸਾਨੀ ਅੰਦੋਲਨ ਜਿਹੜੀ ਵੱਡੀਆਂ ਪ੍ਰਾਪਤੀਆਂ ਨੇ ਉਹ ਥੋੜ੍ਹੇ ਸਮੇਂ 'ਚ ਅਸੀਂ ਦੱਸਿਆ। ਤੇ ਮੇਰੀ ਦਰਸ਼ਕਾਂ ਨੂੰ ਅਪੀਲ ਹੈ, ਖਾਸ ਤੌਰ 'ਤੇ ਵਿਦਵਾਨਾਂ ਨੂੰ ਅਪੀਲ ਹੈ, ਨੌਜਵਾਨਾਂ ਨੂੰ ਅਪੀਲ ਹੈ ਕਿ ਜੋ ਨਵਾਂ ਸਮਾਂ ਆਇਆ ਹੈ, ਇੱਕ ਨਵੀਂ ਕਰਵਟ ਲਈ ਹੈ ਪੰਜਾਬ ਦੀ ਰਾਜਨੀਤੀ ਨੇ, ਪੰਜਾਬ ਦੇ ਹਾਲਾਤ ਨੇ, ਇਸ ਨੂੰ ਅਸੀਂ ਅੱਗੇ ਲੈ ਕੇ ਜਾਈਏ। ਤੇ ਇੱਕ ਰਾਜਨੀਤਿਕਾਂ ਵਾਸਤੇ ਵੀ ਇੱਥੇ ਇੱਕ ਬੜੇ ਵੱਡੀ ਆਈ ਓਪਨਰ ਹੈ ਕਿ ਉਹ ਹੁਣ ਜਿਹੜੀ ਪੁਰਾਣੀਆਂ ਜਿਹੜੀਆਂ ਉਹਨਾਂ ਦੀ ਰਾਜਨੀਤੀ ਚੱਲਦੀਆਂ ਨੇ ਉਹ ਨਹੀਂ ਸ਼ਾਇਦ ਚੱਲਣਗੀਆਂ। ਹੁਣ ਨਵੀਂ ਰਾਜਨੀਤੀ ਹੈ, ਨਵੇਂ ਆਗੂ ਆਉਣਗੇ। ਮਤਲਬ ਦੈਟ ਮੀਨਸ ਕਿ ਪੰਜਾਬ ਦੀ ਰਾਜਨੀਤੀ ਰੀਡਿਫਾਈਨ ਕਰਨਾ ਪਏਗਾ, ਪੂਰੀ ਨਵੇਂ ਸਿਰੇ ਤੇ ਡਿਫਾਈਨ ਕਰਕੇ ਇਹਨੂੰ ਵਾਪਸ ਜੋੜਨਾ ਪਏਗਾ ਸਾਡੇ ਵਿਰਸੇ ਨਾਲ। ਦੈਟ ਇਜ਼ ਦੀ ਆਨਸਰ, ਸੋਲੂਸ਼ਨ ਉੱਥੇ ਹੈ। ਦੈਟ ਇਜ਼ ਆਨਸਰ। ਅਸੀਂ ਆਪਣਾ ਸੋਲੂਸ਼ਨ ਉੱਥੋਂ ਲੱਭੀਏ, ਬਾਹਰੋਂ ਨਾ ਲੱਭੀਏ, ਅਸੀਂ ਆਪੇ ਅੰਦਰੋਂ ਲੱਭੀਏ। ਅਸੀਂ ਜੋ ਸਾਡੇ ਘਰ 'ਚ ਪਿਆ, ਜਿਹੜਾ ਘਰ ਪਿਆ ਉਹੀ ਆਪਣਾ ਉੱਥੋਂ ਕੱਢ ਕੇ ਬਾਹਰ ਭਾਰਤ ਨੂੰ ਦੁਨੀਆ ਨੂੰ ਸੰਦੇਸ਼ ਗਿਆ ਹੈ ਇਸ ਅੰਦੋਲਨ ਰਾਹੀਂ, ਉਸ ਸੰਦੇਸ਼ ਨੂੰ ਅਸੀਂ ਨਵੇਂ ਸਿਰੇ ਕਿਵੇਂ ਲੈ ਕੇ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਸੋਢੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸੋਢੀ ਵਿਕਰਮ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਅਸੀਂ ਇਸ ਮੁੱਦੇ 'ਤੇ ਲਿਆ ਕੇ ਆਪਣੇ ਨੂੰ ਕੇਂਦਰਿਤ ਕੀਤਾ ਕਿ ਜੋ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਨੇ, ਇਸ ਨੂੰ ਅਸੀਂ ਹੋਰ ਹਾਈਲਾਈਟ ਕਰੀਏ। ਨੌਜਵਾਨ ਔਰ ਵਿਦਵਾਨ ਜਿਹੜੇ ਡਿਸਕਸ਼ਨਸ ਕਰਨ, ਡਿਬੇਟ ਕਰਨ, ਤਾਂ ਕਿ ਇਹ ਅੰਦੋਲਨ ਇੱਕ ਵਕਤੀ ਵਰਤਾਰਾ ਨਾ ਰਹਿ ਕੇ ਇੱਕ ਵੱਡਾ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲਾ, ਪੰਜਾਬ, ਭਾਰਤ ਔਰ ਦੁਨੀਆ ਨੂੰ ਮੋੜ ਦੇਣ ਵਾਲਾ ਇੱਕ ਸਾਬਤ ਹੋਵੇ। ਇਹ ਨਿਸ਼ਚਿਤ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।